ਅਸਲਾਮ ਵਾਲੇਕੁਮ ਵੀਵਰਸ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਮੇਰੀ ਅੱਜ ਦੀ ਰੈਸਿਪੀ ਬੜੀ ਵਧੀਆ ਤੇ ਬੜੀ ਮਜ਼ੇਦਾਰ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਪਤਾ ਚੱਲ ਸਕੇ। ਇਸ ਦੇ ਨਾਲ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਖਰ ਵਿੱਚ ਘੰਟੀ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਤੇ ਅੱਜ ਦੀ ਮੇਰੀ ਰੈਸਿਪੀ ਹੈ ਗਾਜਰ ਦਾ ਹਲਵਾ। ਗਾਜਰ ਦਾ ਹਲਵਾ ਸਰਦੀਆਂ ਦੀ ਬਿਹਤਰੀਨ ਸੌਗਾਤ ਆ ਤੇ ਮੈਂ ਅੱਜ ਤੁਹਾਨੂੰ ਆਪਣੇ ਤਰੀਕੇ ਨਾਲ ਗਾਜਰ ਦਾ ਹਲਵਾ ਬਣਾਉਣਾ ਸਿਖਾਵਾਂਗੀ। ਇਸ ਦੇ ਵਾਸਤੇ ਮੈਂ ਲਵਾਂਗੀ 5 ਕਿਲੋ ਗਾਜਰਾਂ। ਸਭ ਤੋਂ ਪਹਿਲਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਤੇ ਧੋ ਲੈਣਾ ਵਾ, ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਜੇ ਇਸ ਵੇਲੇ ਚੰਗੀ ਤਰ੍ਹਾਂ ਦੇ ਗਾਜਰਾਂ ਧੁਲ ਜਾਣ ਤੇ ਇੱਕ ਸਾਈਡ ਦੇ ਉੱਤੇ ਰੱਖ ਦਵੋ ਖੁਸ਼ਕ ਹੋਣੇ ਵਾਸਤੇ। ਤੇ ਫਿਰ ਇਸ ਤੋਂ ਬਾਅਦ ਅਸੀਂ ਇੱਕ ਵੱਡੀ ਸਾਰੀ ਪਰਾਤ ਲਈ ਤੇ ਉਹਦੇ ਵਿੱਚ ਛਿਲਕੇ ਗਾਜਰਾਂ ਰੱਖੀ ਜਾਣੀਆਂ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਜਿਸ ਵੇਲੇ ਗਾਜਰਾਂ ਸਾਰੀਆਂ ਛਿੱਲ ਹੋ ਜਾਣ ਤੇ ਗਾਜਰਾਂ ਕੱਦੂਕਸ਼ ਕਰ ਲੈਣੀਆਂ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਅਲਹਮਦੁਲਿਲਾ ਸਾਰੀਆਂ ਗਾਜਰਾਂ ਅਸੀਂ ਕੱਦੂਕਸ਼ ਕਰ ਲਈਆਂ ਵਾ। ਤੇ ਗਾਜਰਾਂ ਅਸੀਂ ਲੱਕੜੀਆਂ ਵਾਲੇ ਚੁੱਲ੍ਹੇ ਤੇ ਬਣਾਉਣੀਆਂ ਤੇ ਇਸ ਲਈ ਪਹਿਲਾਂ ਅਸੀਂ ਲੱਕੜੀਆਂ ਦੀ ਅੱਗ ਜਲਾ ਲਵਾਂਗੇ। ਜਿਸ ਵੇਲੇ ਅੱਗ ਜਲ ਜਾਵੇ ਤਾਂ ਫਿਰ ਉੱਤੇ ਤੁਸੀਂ ਪਤੀਲਾ ਰੱਖ ਦੇਣਾ ਤੇ ਵਿੱਚ ਤੁਸੀਂ ਕੱਦੂਕਸ਼ ਕੀਤੀਆਂ ਹੋਈਆਂ ਗਾਜਰਾਂ ਪਾ ਦੇਣੀਆਂ। ਤੇ ਇਸ ਚੀਜ਼ ਦਾ ਖਿਆਲ ਰੱਖਣਾ ਕਿ ਅੱਗ ਬਹੁਤ ਜ਼ਿਆਦਾ ਤੇਜ਼ ਨਾ ਹੋਵੇ, ਅੱਗ ਦਰਮਿਆਨੀ ਹੋਵੇ। ਤੇ ਗਾਜਰਾਂ 'ਚ 2 ਗਲਾਸ ਪਾਣੀ ਦੇ ਪਾ ਲੈਣੇ ਤਾਂ ਕਿ ਗਾਜਰਾਂ ਥੋੜ੍ਹੀਆਂ ਜਿਹੀਆਂ ਨਰਮ ਹੋ ਜਾਣ। ਤੇ ਨਾਲ ਨਾਲ ਤੁਸੀਂ ਚਮਚਾ ਵੀ ਹਿਲਾਉਂਦੇ ਰਹਿਣਾ ਤੇ ਉਸ ਤੋਂ ਬਾਅਦ 5 ਮਿੰਟ ਵਾਸਤੇ ਤੁਸੀਂ ਢੱਕ ਦੇਣਾ ਪਤੀਲੇ ਨੂੰ। ਅੱਜ ਦਰਮਿਆਨੀ ਰੱਖਣੀਆਂ। 5 ਮਿੰਟ ਤੋਂ ਬਾਅਦ ਪਤੀਲੇ ਦਾ ਢੱਕਣ ਚੱਕ ਕੇ ਗਾਜਰਾਂ ਚੈੱਕ ਕਰ ਲੈਣੀਆਂ। ਗਾਜਰਾਂ ਨਰਮ ਹੋ ਗਈਆਂ ਤੇ ਥੋੜਾ ਜਿਹਾ ਵਿੱਚ ਪਾਣੀ ਆ ਤੇ ਦਰਮਿਆਨੀ ਅੱਗ ਦੇ ਉੱਤੇ ਇਹ ਪਾਣੀ ਅਸੀਂ ਖੁਸ਼ਕ ਕਰ ਲਵਾਂਗੇ ਆਹਿਸਤਾ ਆਹਿਸਤਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਜਿਸ ਵੇਲੇ ਗਾਜਰਾਂ ਦਾ ਪਾਣੀ ਖੁਸ਼ਕ ਕਰਨ ਲੱਗੋ ਤੇ ਮੱਠਾ ਮੱਠਾ ਚਮਚਾ ਲਾਜ਼ਮੀ ਨਾਲ ਹਿਲਾਉਂਦੇ ਰਹਿਣਾ। 15 ਮਿੰਟ ਬਾਅਦ ਗਾਜਰਾਂ ਦਾ ਪਾਣੀ ਅੱਛੀ ਤਰੀਕੇ ਦੇ ਨਾਲ ਖੁਸ਼ਕ ਹੋ ਗਿਆ ਵਾ ਤੇ ਹੁਣ ਅਸੀਂ ਦੁੱਧ ਵਿੱਚ ਸ਼ਾਮਲ ਕਰ ਦੇਣਾ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ 5 ਕਿਲੋ ਗਾਜਰਾਂ ਸੀ ਤੇ 6 ਕਿਲੋ ਤੁਸੀਂ ਦੁੱਧ ਸ਼ਾਮਲ ਕਰਨਾ। ਜਿਸ ਵੇਲੇ ਗਾਜਰਾਂ 'ਚ ਦੁੱਧ ਸ਼ਾਮਲ ਕਰ ਦਓ ਤੇ ਫਿਰ ਅੱਗ ਦਰਮਿਆਨੀ ਰੱਖਣੀ ਆ ਤੇ ਨਾਲ ਚਮਚਾ ਲਾਜ਼ਮੀ ਹਿਲਾਉਂਦੇ ਰਹਿਣਾ। ਦਰਮਿਆਨੀ ਅੱਗ ਦੇ ਉੱਤੇ ਗਾਜਰਾਂ 'ਚ ਅਸੀਂ ਦੁੱਧ ਨੂੰ ਖੁਸ਼ਕ ਕਰਾਂਗੇ। ਇਸੇ ਤਰ੍ਹਾਂ ਦਰਮਿਆਨੀ ਅੱਗ ਦੇ ਉੱਤੇ ਪਕਾਉਂਦੇ ਰਹਿਣਾ, ਨਾਲ ਚਮਚਾ ਹਿਲਾਉਂਦੇ ਰਹਿਣਾ। ਅਗਰ ਤੁਹਾਨੂੰ ਕੋਈ ਕੰਮ ਆ ਤਾਂ ਅੱਗ ਮੱਠੀ ਕਰ ਦਿਓ ਤੇ ਫਿਰ ਥੋੜੀ ਦੇਰ ਬਾਅਦ ਮੱਠਾ ਮੱਠਾ ਚਮਚਾ ਹਿਲਾਉਂਦੇ ਰਹੋ। 5 ਮਿੰਟ ਵਾਸਤੇ ਮੈਂ ਅੱਗ ਮੱਠੀ ਕਰ ਦਿੱਤੀ ਤੇ ਪਤੀਲਾ ਢੱਕ ਦਿੱਤਾ। ਤੇ ਜਿਸ ਵੇਲੇ 5 ਮਿੰਟ ਹੋ ਜਾਣ ਤੇ ਪਤੀਲੇ ਦਾ ਢੱਕਣ ਚੱਕ ਕੇ ਤੇ ਚੈੱਕ ਕਰ ਲੈਣਾ ਵਾ। ਤੇ ਜਿਸ ਵੇਲੇ ਪਤੀਲੇ ਦਾ ਢੱਕਣ ਚੱਕਿਆ ਤੇ ਪਤੀਲੇ ਦੇ ਅੰਦਰ ਬਹੁਤ ਸਾਰੀ ਸਟੀਮ ਬਣੀ ਹੋਈ ਸੀ ਤੇ ਇਸ ਦੇ ਨਾਲ ਕਾਫੀ ਹੱਦ ਤੱਕ ਗਾਜਰਾਂ ਵਿੱਚ ਦੁੱਧ ਵੀ ਖੁਸ਼ਕ ਹੋ ਗਿਆ। ਇਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਮੱਠਾ ਮੱਠਾ ਅਸੀਂ ਚਮਚਾ ਹਿਲਾਉਂਦੇ ਰਹਿਣਾ ਤੇ ਫਿਰ ਦਰਮਿਆਨੀ ਅੱਗ ਕਰ ਲੈਣੀਆਂ ਤੇ ਫਿਰ ਅਸੀਂ ਥੋੜੀ ਦੇਰ ਵਾਸਤੇ ਪਕਾਉਣਾ। ਗਾਜਰਾਂ ਉਸ ਵੇਲੇ ਤੱਕ ਪਕਾਉਣੀਆਂ ਜਿਸ ਵੇਲੇ ਤੱਕ ਦੁੱਧ ਨਹੀਂ ਖੁਸ਼ਕ ਹੋ ਜਾਂਦਾ ਗਾਜਰਾਂ 'ਚੋਂ। ਯਾਨੀ ਅੱਗ ਤੇ 2 ਤੋਂ 3 ਮਿੰਟ ਵਾਸਤੇ ਫਿਰ ਢੱਕ ਦੇਵਾਂਗੇ। 3 ਮਿੰਟ ਤੋਂ ਬਾਅਦ ਅਸੀਂ ਚੈੱਕ ਕੀਤਾ ਤੇ ਗਾਜਰਾਂ 'ਚੋਂ ਤਕਰੀਬਨ ਦੁੱਧ ਖੁਸ਼ਕ ਹੋ ਚੁੱਕਿਆ ਵਾ। ਤੇ ਹੁਣ ਅਸੀਂ ਤਾਜ਼ੀਆਂ ਮਲਾਈਆਂ ਸ਼ਾਮਲ ਕਰਾਂਗੇ। 3 ਤੋਂ 4 ਦਿਨ ਦੀਆਂ ਪਈਆਂ ਹੋਈਆਂ ਮਲਾਈਆਂ ਹੋਣ, ਜ਼ਿਆਦਾ ਦਿਨਾਂ ਦੀਆਂ ਮਲਾਈਆਂ ਸ਼ਾਮਲ ਨਹੀਂ ਕਰਨੀਆਂ। ਮੈਂ ਤੇ 1 ਪਿਆਲੀ ਮਲਾਈ ਦੀ ਸ਼ਾਮਲ ਕੀਤੀ, ਤੁਸੀਂ ਇਸ ਤੋਂ ਜ਼ਿਆਦਾ ਵੀ ਇਸਤੇਮਾਲ ਕਰ ਸਕਦੇ ਹੋ। ਗਾਜਰਾਂ 'ਚ ਮਲਾਈਆਂ ਸ਼ਾਮਲ ਕਰਨ ਤੋਂ ਬਾਅਦ ਦੇਸੀ ਘਿਓ ਤੇ ਖੋਏ ਦੀ ਜ਼ਰੂਰਤ ਨਹੀਂ ਪੈਂਦੀ। ਮੈਂ ਦੇਸੀ ਘਿਓ ਤੇ ਖੋਇਆ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ, ਤੁਸੀਂ ਅਗਰ ਕਰਨਾ ਚਾਹੋ ਤਾਂ ਕਰ ਸਕਦੇ ਹੋ। ਅੱਗ ਮੱਠੀ ਰੱਖਣੀ ਤੇ ਨਾਲ ਮੱਠਾ ਮੱਠਾ ਚਮਚਾ ਵੀ ਹਿਲਾਉਂਦੇ ਰਹਿਣਾ। 1 ਤੋਂ 2 ਮਿੰਟ ਵਾਸਤੇ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਪਕਾਉਂਦੇ ਰਹਿਣਾ ਤਾਂ ਕਿ ਮਲਾਈਆਂ ਅੱਛੀ ਤਰ੍ਹਾਂ ਨਾਲ ਗਾਜਰਾਂ 'ਚ ਰਲ ਜਾਣ ਤੇ ਨਾਲੇ ਗਾਜਰਾਂ ਅੱਛੀ ਤਰ੍ਹਾਂ ਨਾਲ ਖੁਸ਼ਕ ਵੀ ਹੋ ਜਾਣ। ਇਸ ਵੇਲੇ ਗਾਜਰਾਂ ਅੱਛੀ ਤਰ੍ਹਾਂ ਨਾਲ ਖੁਸ਼ਕ ਹੋ ਜਾਣ, ਹਸਬੇ ਜ਼ਰੂਰਤ ਤੁਸੀਂ ਚੀਨੀ ਸ਼ਾਮਲ ਕਰ ਰਹੇ ਜਿੰਨੀ ਕਿ ਤੁਹਾਨੂੰ ਪਸੰਦ ਹੋਵੇ। ਚੀਨੀ ਸ਼ਾਮਲ ਕਰਨ ਤੋਂ ਬਾਅਦ ਚਮਚ ਹਿਲਾਉਂਦੇ ਰਹਿਣਾ ਤੇ ਅੱਛੀ ਤਰ੍ਹਾਂ ਦੇ ਨਾਲ ਗਾਜਰਾਂ 'ਚ ਰਲਾ ਲੈਣੀਆਂ। ਇਸ ਵੇਲੇ ਚੰਗੀ ਤਰ੍ਹਾਂ ਤੇ ਚੀਨੀ ਰਲ ਜਾਵੇ ਤਾਂ ਉਸ ਵੇਲੇ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਕੱਦੂਕਸ ਕੀਤਾ ਹੋਇਆ ਖੋਪਰਾ ਸ਼ਾਮਲ ਕਰ ਦੇਣਾ। ਮੱਠੀ ਜਿਹੀ ਅੱਗ ਦੇ ਉੱਤੇ ਮੱਠਾ ਮੱਠਾ ਚਮਚਾ ਵੀ ਹਿਲਾਉਂਦੇ ਰਹਿਣਾ। ਅਲਹਮਦੁਲਿਲਾ ਗਾਜਰ ਦਾ ਹਲਵਾ ਸਾਡਾ ਤਿਆਰ ਆ। ਵੇਖਣ ਨੂੰ ਤਾਂ ਬਹੁਤ ਹੀ ਮਜ਼ੇਦਾਰ ਲੱਗਣ ਦਿਆ ਵਾ। ਜਿਸ ਵੇਲੇ ਗਾਜਰ ਦਾ ਹਲਵਾ ਤਿਆਰ ਹੋ ਜਾਵੇ ਤਾਂ ਸਭ ਤੋਂ ਆਖਰ ਦੇ ਵਿੱਚ ਕਿਸ਼ਮਿਸ਼ ਪਾਉਣੀ ਹੈ। ਕਿਸ਼ਮਿਸ਼ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਤੇ ਆਪਣੇ ਜ਼ਾਇਕੇ ਦੇ ਮੁਤਾਬਕ ਪਾਉਣੀ ਹੈ। ਜਿਸ ਵੇਲੇ ਗਾਜਰਾਂ 'ਚ ਕਿਸ਼ਮਿਸ਼ ਸ਼ਾਮਲ ਕਰੋ ਨਾਲ ਹੀ ਤੁਸੀਂ ਅੱਗ ਬੰਦ ਕਰ ਦੇਣੀ ਹੈ ਕਿਉਂਕਿ ਗਾਜਰਾਂ ਬਿਲਕੁਲ ਖੁਸ਼ਕ ਹੋ ਚੁੱਕੀਆਂ। ਗਾਜਰ ਦਾ ਹਲਵਾ ਸਾਡਾ ਬਿਲਕੁਲ ਤਿਆਰ ਆ। ਇਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਬੜਾ ਵਧੀਆ ਗਾਜਰ ਦਾ ਹਲਵਾ ਤਿਆਰ ਹੋਇਆ। ਤੇ ਗਾਜਰ ਦਾ ਹਲਵਾ ਅਸੀਂ ਹੁਣ ਖਾਣੇ ਵਾਸਤੇ ਪੇਸ਼ ਕਰ ਸਕਦੇ ਹਾਂ। ਗਾਜਰ ਦਾ ਹਲਵਾ ਮੈਂ ਇੱਕ ਬਾਉਲ ਵਿੱਚ ਪਾਇਆ ਤੇ ਉੱਪਰ ਕੱਦੂਕਸ ਕੀਤਾ ਹੋਇਆ ਖੋਪਰਾ ਪਾ ਦਿੱਤਾ। ਵੇਖਣ ਨੂੰ ਤਾਂ ਗਾਜਰ ਦਾ ਹਲਵਾ ਬਹੁਤ ਹੀ ਮਜ਼ੇਦਾਰ ਲੱਗ ਰਿਹਾ ਵਾ। ਮੈਂ ਇੱਥੇ ਖਾ ਕੇ ਵੇਖਦੀ ਹਾਂ ਕਿ ਕਿਸ ਤਰ੍ਹਾਂ ਦਾ ਲੱਗਦਾ ਵਾ। ਮੈਂ ਖਾ ਕੇ ਵੇਖਿਆ ਤਾਂ ਬਹੁਤ ਹੀ ਮਜ਼ੇਦਾਰ, ਬੜਾ ਵਧੀਆ ਗਾਜਰ ਦਾ ਹਲਵਾ ਬਣਿਆ।
ਤੁਸੀਂ ਵੀ ਇਸੇ ਤਰੀਕੇ ਦੇ ਨਾਲ ਗਾਜਰਾਂ ਦਾ ਹਲਵਾ ਆਪਣੇ ਘਰਾਂ 'ਚ ਜ਼ਰੂਰ ਬਣਾਉਣਾ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ। ਆਖਿਰ ਵਿੱਚ ਇੱਕ ਵਾਰੀ ਫਿਰ ਮੈਂ ਤੁਹਾਨੂੰ ਕਹਿ ਦੇਵਾਂ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਮੈਨੂੰ ਦੁਆਵਾਂ 'ਚ ਯਾਦ ਰੱਖਿਆ ਕਰੋ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।